ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਹੋਈ 10ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ 10 ਵਿੱਚੋਂ ਇੱਕ ਕਹਾਣੀ ਕਰਾਂਗੇ। ਇਸ ਕਹਾਣੀ ਦਾ ਸਿਰਲੇਖ ਹੈ ਕੁਲਫੀ ਅਤੇ ਇਸ ਦੇ ਲੇਖਕ ਹਨ ਪ੍ਰਿੰਸੀਪਲ ਸੁਜਾਨ ਸਿੰਘ। ਕੁਲਫੀ ਕਹਾਣੀ ਸਾਡੇ ਸਮਾਜ ਵਿਚਲੀ ਆਰਥਿਕ ਅਸਮਾਨਤਾ, ਜਿਸ ਵਿੱਚ ਕਿ ਅਮੀਰ ਬਹੁਤ ਜ਼ਿਆਦਾ ਅਮੀਰ ਹੈ ਅਤੇ ਆਪਣੀ ਹਰ ਇੱਛਾ ਬਿਨਾਂ ਸੋਚੇ ਪੂਰੀ ਕਰ ਸਕਦਾ ਹੈ, ਅਤੇ ਗਰੀਬ ਇੰਨਾ ਜ਼ਿਆਦਾ ਗਰੀਬ ਹੈ ਕਿ ਆਪਣੇ ਬੱਚੇ ਦੀ ਇੱਕ ਕੁਲਫੀ ਖਾਣ ਵਰਗੀ ਛੋਟੀ ਜਿਹੀ ਇੱਛਾ ਪੂਰੀ ਵੀ ਕਰਨ ਤੋਂ ਅਸਮਰਥ ਹੈ। ਅਤੇ ਇਸ ਦੇ ਨਤੀਜੇ ਵਜੋਂ ਕਈ ਵਾਰ ਗਰੀਬ ਤਬਕੇ ਦੇ ਮਨ ਅੰਦਰ ਵਿਰੋਧ ਅਤੇ ਗੁੱਸਾ ਪੈਦਾ ਹੋ ਜਾਂਦਾ ਹੈ, ਜੋ ਕਿ ਅਮੀਰ ਤਬਕੇ ਦੇ ਖਿਲਾਫ ਨਿਕਲਦਾ ਹੈ। ਮੈਂ ਤੁਹਾਨੂੰ ਕਹਾਣੀ ਦਾ ਸਾਰ ਸੁਣਾਉਂਗੀ। ਇਸ ਕਹਾਣੀ ਨੂੰ ਵਿਸਥਾਰ ਵਿੱਚ ਤੁਸੀਂ ਆਪਣੀ ਪਾਠ ਪੁਸਤਕ ਵਿੱਚ ਆਪ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਤੁਹਾਡੇ ਪੇਪਰ ਦੇ ਪੈਟਰਨ ਅਨੁਸਾਰ ਅਭਿਆਸ ਦੇ ਪ੍ਰਸ਼ਨ ਉੱਤਰਾਂ ਤੋਂ ਇਲਾਵਾ ਹੋਰ ਪ੍ਰਸ਼ਨ ਉੱਤਰ ਵੀ ਕਰਾਂਗੇ। ਤਾਂ ਹੁਣ ਮੈਂ ਤੁਹਾਨੂੰ ਕਹਾਣੀ ਸੁਣਾਉਂਦੀ ਹਾਂ। ਇਸ ਕਹਾਣੀ ਵਿੱਚ ਲੇਖਕ, ਜੋ ਕਿ ਮੈਂ ਪਾਤਰ ਹੈ, ਉਸਦਾ ਨਾਮ ਨਹੀਂ ਦੱਸਿਆ ਗਿਆ। ਉਸ ਨੂੰ ਪਤਾ ਹੈ ਕਿ ਮਹੀਨਾ ਖਤਮ ਹੋਣ ਵਾਲਾ ਹੈ, ਜੂਨ ਮਹੀਨੇ ਦੀ 26 ਤਰੀਕ ਹੈ, ਅਤੇ ਇਸ ਕਰਕੇ ਉਸਦੀ ਤਨਖਾਹ ਜਿਹੜੀ ਹੈ ਪਹਿਲੇ 10-15 ਦਿਨ ਵਿੱਚ ਹੀ ਖ਼ਤਮ ਹੋ ਜਾਂਦੀ ਹੈ, ਅਤੇ ਉਸ ਆਪਣੀ ਆਰਥਿਕ ਹਾਲਤ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ। ਉਸੇ ਸਮੇਂ ਉਸਦਾ ਬੱਚਾ, ਜਿਸ ਨੂੰ ਕਾਕਾ ਕਿਹਾ ਜਾਂਦਾ ਹੈ ਇਸ ਕਹਾਣੀ ਵਿੱਚ, ਕਾਕਾ ਉਸਨੂੰ ਮੁਰਮੁਰਾ ਖਾਣ ਲਈ ਉਸ ਤੋਂ ਟਕਾ ਮੰਗਦਾ ਹੈ। ਉਹ ਬੱਚੇ ਨੂੰ ਟਾਲਦਾ, ਉਸਨੂੰ ਕਹਿੰਦਾ ਕਿ ਮੁਰਮੁਰਾ ਚੰਗਾ ਨਹੀਂ ਹੁੰਦਾ ਸਿਹਤ ਲਈ, ਮੁਰਮੁਰੇ ਖਾ ਕੇ ਬਿਮਾਰ ਹੋ ਜਾਈਦਾ, ਇਹ ਉਹ ਕੁਛ ਨਾ ਕੁਛ ਕਹਿੰਦਾ, ਪਰ ਬੱਚਾ ਇਸ ਗੱਲ ਨੂੰ ਨਹੀਂ ਮੰਨਦਾ ਅਤੇ ਉਸ ਨੂੰ ਕਹਿੰਦਾ, ਮੈਂ ਨਹੀਂ ਹੁੰਦਾ ਬਿਮਾਰ, ਤੁਸੀਂ ਮੈਨੂੰ ਟਕਾ ਦਿਓ ਤਾਂ ਜੋ ਮੈਂ ਮੁਰਮੁਰਾ ਖਾ ਸਕਾਂ। ਅਤੇ ਨਾਲ ਹੀ ਲੇਖਕ ਸੋਚਦਾ ਕਿ ਕਿਸ ਤਰ੍ਹਾਂ ਉਸਦੇ ਪਿਤਾ ਦੀ ਤਨਖਾਹ ਉਸ ਤੋਂ ਕਿਤੇ ਜ਼ਿਆਦਾ ਸੀ, ਅਤੇ ਉਸ ਸਮੇਂ ਸਾਨੂੰ ਢੇਲਾ ਖਰਚਣ ਲਈ ਮਿਲਦਾ ਸੀ, ਜਿਸ ਦੇ ਕਿੰਨੇ ਸਾਰੇ ਛੋਲੇ ਆ ਜਾਂਦੇ ਸਨ, ਅਤੇ ਹੁਣ ਢੇਲੇ ਦਾ ਕੁਛ ਵੀ ਨਹੀਂ ਆਉਂਦਾ, ਅਤੇ ਜਦ ਕਿ ਮੈਂ ਆਪਣੇ ਪਿਤਾ ਜੀ ਤੋਂ ਜ਼ਿਆਦਾ ਪੜ੍ਹਿਆ ਹੋਇਆ, ਅਤੇ ਪਰ ਮੇਰੀ ਤਨਖਾਹ ਆਪਣੇ ਪਿਤਾ ਜੀ ਤੋਂ ਬਹੁਤ ਜ਼ਿਆਦਾ ਘੱਟ ਹੈ। ਫਿਰ ਮੁਰਮੁਰੇ ਵਾਲੇ ਦਾ ਹੁੱਕ ਆਉਂਦਾ ਹੈ, ਕਾਕਾ ਫਿਰ ਮੰਗਦਾ ਹੈ, ਤਾਂ ਫਿਰ ਜਦੋਂ ਉਸਨੂੰ ਕੋਈ ਹੋਰ ਹੱਲ ਨਹੀਂ ਲੱਭਦਾ ਤਾਂ ਉਹ ਕਾਕੇ ਨੂੰ ਕਹਿੰਦਾ, ਤੂੰ ਮੁਰਮੁਰਾ ਰਹਿਣ ਦੇ, ਮੈਂ ਤੈਨੂੰ ਸ਼ਾਮੀ ਕੁਲਫੀ ਖਵਾਊਂਗਾ। ਹੁਣ ਉਹ ਬੱਚੇ ਨੂੰ ਇੱਕ ਵਾਰੀ ਤਾਂ ਟਰਕਾ ਦਿੰਦਾ, ਉਹਨੂੰ ਲੱਗਦਾ ਕਿ ਸ਼ਾਇਦ ਬੱਚਾ ਭੁੱਲ ਜਾਏਗਾ, ਪਰ ਬੱਚਾ ਕਿੱਥੇ ਭੁੱਲਦਾ। ਤਾਂ ਬੱਚਾ ਜਿਹੜਾ ਹੈ ਉਹ ਫਿਰ ਤੋਂ ਮਤਲਬ ਮੰਗੇਗਾ ਸ਼ਾਮ ਨੂੰ ਦੁਬਾਰਾ ਕੁਲਫੀ। ਤਾਂ ਆਪਣਾ ਸਮਾਂ ਕੱਢਣ ਲਈ ਜਿਹੜਾ ਲੇਖਕ ਹੈ ਉਹ ਘਰ ਤੋਂ ਬਾਹਰ ਚਲਾ ਜਾਂਦਾ ਹੈ। ਉਹ ਸੋਚਦਾ ਹੈ ਕਿ ਮੈਂ ਚਲਾ ਜਾਵਾਂਗਾ ਤਾਂ ਸ਼ਾਇਦ ਬੱਚਾ ਵਰਚ ਜਾਏਗਾ। ਉਸੇ ਸਮੇਂ ਉਹ ਸੋਚਦਾ ਹੈ ਕਿ ਉਸਦੀ ਤਨਖਾਹ ਬਹੁਤ ਜ਼ਿਆਦਾ ਘੱਟ ਹੈ, ਅਤੇ ਉਹ ਆਪਣੇ ਮਾਲਿਕ ਨੂੰ ਤਨਖਾਹ ਵਧਾਉਣ ਲਈ ਕਹੇਗਾ, ਪਰ ਨਾਲ ਹੀ ਉਸਨੂੰ ਡਰ ਹੈ ਕਿ ਜੇ ਉਸਨੇ ਅਜਿਹੀ ਕੋਈ ਮੰਗ ਕੀਤੀ ਤਾਂ ਉਸਦੀ ਨੌਕਰੀ ਚਲੀ ਜਾਵੇਗੀ। ਤਾਂ ਉਸ ਬੇਰੁਜ਼ਗਾਰੀ ਦੇ ਡਰ ਕਰਕੇ ਉਹ ਆਪਣੇ ਮਾਲਿਕ ਨੂੰ ਤਨਖਾਹ ਵਧਾਉਣ ਲਈ ਵੀ ਨਹੀਂ ਕਹਿ ਸਕਦਾ। ਫਿਰ ਉਹ ਬਹੁਤ ਰਾਤ ਨੂੰ ਘਰ ਆਉਂਦਾ ਹੈ, ਅਤੇ ਫਿਰ ਕਾਕੇ ਨੂੰ ਕਹਿੰਦਾ ਕਿ ਅੱਜ ਬਹੁਤ ਰਾਤ ਹੋ ਗਈ, ਮੈਂ ਤੈਨੂੰ ਕੱਲ੍ਹ ਕੁਲਫੀ ਖਵਾ ਦੇਵਾਂਗਾ। ਅਗਲੇ ਦਿਨ ਉਹ ਆਪਣੇ ਦੋਸਤ ਤੋਂ 3 ਰੁਪਏ ਉਧਾਰ ਲੈਂਦਾ, ਪਰ ਉਸ ਜਿਹੜੇ 3 ਰੁਪਏ ਹੁੰਦੇ ਆ ਉਸਦੀ ਪਤਨੀ ਘਰ ਦਾ ਰਾਸ਼ਨ ਖਰੀਦਣ ਉੱਤੇ ਖਰਚ ਦਿੰਦੀ ਹੈ, ਤਾਂ ਫਿਰ ਕਾਕੇ ਨੂੰ ਕੁਲਫੀ ਨਹੀਂ ਖਵਾ ਪਾਉਂਦਾ। ਅਤੇ ਰਾਤ ਨੂੰ ਜਦੋਂ ਸੁੱਤਾ ਹੁੰਦਾ ਕਾਕਾ, ਤਾਂ ਉਹ ਨੀਂਦ ਵਿੱਚ ਵੀ ਕੁਫੀ ਕੁਫੀ ਯਾਨੀ ਕਿ ਕੁਲਫੀ ਕੁਲਫੀ ਬੜਬੜਾਉਂਦਾ ਹੈ ਤੋਤਲੀ ਆਵਾਜ਼ ਵਿੱਚ। ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਵਿਚਾਰਾ ਬੱਚਾ ਛੋਟਾ ਜਿਹਾ ਕੁਲਫੀ ਲਈ ਕਿੰਨਾ ਜ਼ਿਆਦਾ ਤਰਸ ਰਿਹਾ ਹੈ, ਅਤੇ ਓਨਾ ਹੀ ਜ਼ਿਆਦਾ ਮਜਬੂਰ ਲੇਖਕ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਆਪਣੇ ਬੱਚੇ ਨੂੰ ਕੁਲਫੀ ਨਾ ਖਵਾ ਸਕਣ ਕਰਕੇ। ਅਗਲਾ ਦਿਨ ਹੁੰਦਾ ਹੈ, ਉਦੋਂ ਫਿਰ ਜਿਹੜਾ ਲੇਖਕ ਨੂੰ ਹੁੰਦਾ ਕਿ ਅੱਜ ਫਿਰ ਕੁਲਫੀ ਮੰਗੇਗਾ, ਪਰ ਬਹੁਤ ਹੈਰਾਨੀ ਹੁੰਦੀ ਉਸਨੂੰ ਦੇਖ ਕੇ ਕਿ ਕਾਕਾ ਉਸ ਦਿਨ ਕੁਲਫੀ ਨਹੀਂ ਮੰਗਦਾ। ਦੁਪਹਿਰ ਵੇਲੇ ਕੁਲਫੀ ਵਾਲੇ ਦਾ ਹੋਕਾ ਸੁਣਾਈ ਦਿੰਦਾ ਹੈ। ਕਾਕਾ ਜਿਹੜਾ ਉਹ ਬਾਹਰ ਗਲੀ 'ਚ ਜਾਂਦਾ ਹੈ, ਅਤੇ ਲੇਖਕ ਵੀ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਹੈ। ਬਾਹਰ ਜਿਹੜਾ ਕੁਲਫੀ ਵਾਲਾ ਹੈ ਉਹ ਉਸ ਗਲੀ ਦੇ ਜਿਹੜਾ ਇੱਕ ਅਮੀਰ ਪਰਿਵਾਰ, ਸ਼ਾਹ ਪਰਿਵਾਰ ਹੈ, ਉਹਨਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਹੁੰਦਾ ਹੈ। ਉਹ ਮੁੰਡਾ ਜਿਹੜਾ ਹੈ ਉਹ ਬਾਕੀ ਬੱਚਿਆਂ 'ਤੇ ਗੁੰਡਾਗਰਦੀ ਕਰਦਾ ਸੀ, ਉਹਨਾਂ ਨੂੰ ਕੁੱਟਦਾ ਸੀ, ਆਪਣੇ ਤੋਂ ਛੋਟੇ ਬੱਚਿਆਂ ਨੂੰ, ਅਤੇ ਉਸਦੀ ਮਾਂ ਕਿਸੇ ਦਾ ਲਾਮਾ ਵੀ ਨਹੀਂ ਸੁਣਦੀ ਸੀ, ਕਿਸੇ ਤੋਂ ਸੁਣਦੀ ਵੀ ਨਹੀਂ ਸੀ ਕਿ ਉਸਦਾ ਮੁੰਡਾ ਬਾਕੀਆਂ ਨੂੰ ਪਰੇਸ਼ਾਨ ਕਰਦਾ ਹੈ। ਕਾਕੇ ਨੂੰ ਬਹੁਤ ਗੁੱਸਾ ਆ ਰਿਹਾ ਹੁੰਦਾ ਹੈ, ਕਿਉਂਕਿ ਉਹ ਕੁਲਫੀ ਨਹੀਂ ਖਾ ਸਕਦਾ, ਤਾਂ ਉਹ ਉਸਨੂੰ ਸ਼ਾਹਾਂ ਦੇ ਮੁੰਡੇ ਨੂੰ ਧੱਕਾ ਮਾਰ ਕੇ ਡੇਗ ਦਿੰਦਾ ਹੈ। ਇਹ ਦੇਖ ਕੇ ਲੇਖਕ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਉਸਦੇ ਬੱਚੇ ਵਿੱਚ ਇੰਨੀ ਹਿੰਮਤ ਕਿੱਥੋਂ ਆਈ। ਉਸ ਤੋਂ ਬਾਅਦ ਜਦੋਂ ਸ਼ਾਹਾਂ ਦੀ ਪਤਨੀ ਉਸਦਾ ਉਲਾਮਾ ਲੈ ਕੇ, ਕੰਪਲੇਂਟ ਲੈ ਕੇ ਲੇਖਕ ਦੇ ਘਰ ਆਉਂਦੀ ਹੈ, ਤਾਂ ਲੇਖਕ ਦੀ ਪਤਨੀ ਨੂੰ ਬਹੁਤ ਗੁੱਸਾ ਆਉਂਦਾ ਹੈ, ਅਤੇ ਉਹ ਚਪੇੜ ਲੈ ਕੇ ਕਾਕੇ ਨੂੰ ਮਾਰਨ ਲਈ ਅੱਗੇ ਵੱਧਦੀ ਹੈ। ਪਰ ਲੇਖਕ ਉਸਨੂੰ ਰੋਕ ਦਿੰਦਾ ਹੈ, ਅਤੇ ਉਸਨੂੰ ਕਹਿੰਦਾ ਹੈ, ਕੁਝ ਵੰਡ ਸ਼ੁਦੈਣੇ
ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਯਾਨੀ ਕਿ ਉਹ ਇਹ ਦਰਸਾਉਣਾ ਚਾਹੁੰਦਾ ਹੈ ਕਿ ਮੈਂ ਤਾਂ ਚਾਹੇ ਇੰਨਾ ਕਾਇਰ ਹਾਂ ਕਿ ਆਪਣੇ ਮਾਲਕ ਨੂੰ ਤਨਖਾਹ ਤੱਕ ਵਧਾਉਣ ਲਈ ਨਹੀਂ ਕਹਿ ਸਕਦਾ, ਪਰ ਮੇਰਾ ਪੁੱਤਰ ਇਸ ਆਰਥਿਕ ਨਾ ਬਰਾਬਰੀ ਦੇ ਖਿਲਾਫ ਆਵਾਜ਼ ਜ਼ਰੂਰ ਉਠਾਏਗਾ, ਉਹ ਬਹਾਦਰ ਹੈ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਗਰੀਬ ਜਿਹੜਾ ਹੈ ਉਹ ਜਦੋਂ ਬਹੁਤ ਜ਼ਿਆਦਾ ਸਹਿ ਲੈਂਦਾ ਤਾਂ ਉਸਦਾ ਜਿਹੜਾ ਵਿਰੋਧ ਹੈ ਉਹ ਕਈ ਵਾਰੀ ਗੁੱਸੇ ਦੇ ਰੂਪ ਵਿੱਚ ਵੀ ਬਾਹਰ ਨਿਕਲਦਾ ਹੈ। ਹੁਣ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ ਉੱਤਰਾਂ 'ਚ ਤੁਹਾਨੂੰ ਪੇਪਰ ਵਿੱਚ ਆਉਣੇ ਹਨ ਬਹੁ-ਵਿਕਲਪੀ ਪ੍ਰਸ਼ਨ। ਤਾਂ ਬਹੁ-ਵਿਕਲਪੀ ਪ੍ਰਸ਼ਨਾਂ ਵਿੱਚ ਮੈਂ ਤੁਹਾਨੂੰ ਵਿਕਲਪ ਨਹੀਂ ਦਊਂਗੀ, ਮੈਂ ਸਿਰਫ ਤੁਹਾਨੂੰ ਸਹੀ ਪ੍ਰਸ਼ਨ ਦਾ ਸਹੀ ਇੱਕ ਹੀ ਉੱਤਰ ਦੱਸਾਂਗੀ, ਤਾਂ ਜੋ ਜਦੋਂ ਤੁਹਾਨੂੰ ਪੇਪਰ ਵਿੱਚ ਬਹੁ-ਵਿਕਲਪੀ ਦੇ ਤੌਰ 'ਤੇ ਉਹ ਪ੍ਰਸ਼ਨ ਆਵੇ ਤਾਂ ਤੁਹਾਨੂੰ ਪਤਾ ਹੋਵੇ ਕਿ ਇਹੀ ਸਹੀ ਉੱਤਰ ਹੈ। ਜਦੋਂ ਅਸੀਂ ਗਲਤ ਆਪਸ਼ਨਸ ਵੀ ਪਹਿਲਾਂ ਪੜ੍ਹ ਲੈਂਦੇ ਹਾਂ ਤਾਂ ਪੇਪਰ ਵਿੱਚ ਕਈ ਵਾਰੀ ਗਲਤ ਆਪਸ਼ਨ ਸਾਡੇ ਦਿਮਾਗ ਵਿੱਚ ਛਪੀ ਰਹਿ ਜਾਂਦੀ ਹੈ ਅਤੇ ਅਸੀਂ ਗਲਤ ਉੱਤਰ ਵੀ ਲਗਾ ਸਕਦੇ ਹਾਂ। ਇਸ ਕਰਕੇ ਅਸੀਂ ਗਲਤ ਉੱਤਰ ਨਹੀਂ ਪੜਾਂਗੇ, ਸਿਰਫ ਸਹੀ ਉੱਤਰ ਪੜਾਂਗੇ ਅਤੇ ਇਹਨਾਂ ਹੀ ਪ੍ਰਸ਼ਨਾਂ ਵਿੱਚੋਂ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਬਣ ਕੇ ਆ ਜਾਣਗੇ, ਯਾਨੀ ਕਿ ਇੱਕ ਸਹੀ ਉੱਤਰ ਹੋਵੇਗਾ ਅਤੇ ਬਾਕੀ ਗਲਤ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਕੁਲਫੀ ਕਹਾਣੀ ਦਾ ਲੇਖਕ ਕੌਣ ਹੈ? ਇਸ ਦਾ ਉੱਤਰ ਹੈ ਸੁਜਾਨ ਸਿੰਘ। ਅੱਗੇ ਹੈ, ਕਾਕੇ ਨੇ ਕੀ ਖਾਣ ਲਈ ਅਤੇ ਕਿੰਨੇ ਪੈਸੇ ਮੰਗੇ? ਕਾਕੇ ਨੇ ਮੁਰਮੁਰੇ ਖਾਣ ਲਈ 1 ਟਕਾ ਮੰਗਿਆ। ਤੀਸਰਾ ਪ੍ਰਸ਼ਨ ਹੈ, ਸੱਫ ਦਾ ਕੀ ਅਰਥ ਹੈ? ਸੱਫ ਦਾ ਅਰਥ ਹੈ ਚਟਾਈ। ਚੌਥਾ ਪ੍ਰਸ਼ਨ ਹੈ, ਲੇਖਕ ਨੇ ਕਾਕੇ ਨੂੰ ਟਕਾ ਦੇਣ ਤੋਂ ਬਚਣ ਲਈ ਸ਼ਾਮ ਨੂੰ ਕੀ ਖਵਾਉਣ ਦਾ ਲਾਰਾ ਲਾਇਆ? ਇਸ ਦਾ ਉੱਤਰ ਹੈ ਕੁਲਫੀ। ਅਗਲਾ ਪ੍ਰਸ਼ਨ ਹੈ, ਕਾਕੇ ਨੂੰ ਪੈਸੇ ਦੇਣ ਤੋਂ ਬਚਣ ਲਈ ਲੇਖਕ ਕੀ ਕਰਦਾ ਹੈ? ਘਰ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਰਾਤ ਪਈ ਵਾਪਸ ਆਉਂਦਾ ਹੈ। ਛੇਵਾਂ ਪ੍ਰਸ਼ਨ, ਕਾਕਾ ਕਿਸ ਨੂੰ ਧੱਕਾ ਮਾਰਦਾ ਹੈ? ਕਾਕਾ ਸ਼ਾਹ ਦੇ ਮੁੰਡੇ ਨੂੰ ਧੱਕਾ ਮਾਰਦਾ ਹੈ। ਸ਼ਾਹ ਦਾ ਮੁੰਡਾ ਕਿੱਥੇ ਡਿੱਗਦਾ ਹੈ? ਗਲੀ ਦੀ ਮੋਰੀ ਵਿੱਚ। ਕਿਸ ਦੀ ਤੰਗੀ ਹਵਾਲਾਤ ਤੋਂ ਵੀ ਭੈੜੀ ਹੈ? ਇਸ ਦਾ ਉੱਤਰ ਹੈ ਪੈਸੇ ਦੀ ਤੰਗੀ ਹਵਾਲਾਤ ਤੋਂ ਵੀ ਭੈੜੀ ਹੈ। ਕਹਾਣੀ ਦੇ ਅੰਤ ਵਿੱਚ ਲੇਖਕ ਆਪਣੀ ਪਤਨੀ ਨੂੰ ਕੀ ਕਹਿੰਦਾ ਹੈ? ਲੇਖਕ ਆਪਣੀ ਪਤਨੀ ਨੂੰ ਕਹਿੰਦਾ ਹੈ, ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਇਸ ਤੋਂ ਬਾਅਦ ਹੁਣ ਅਸੀਂ ਕਰਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜੋ ਕਿ ਤੁਹਾਨੂੰ ਪੇਪਰ ਵਿੱਚ 2 ਨੰਬਰ ਵਿੱਚ ਆਉਣੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਪ੍ਰਸ਼ਨ ਤੁਹਾਡੇ ਅਭਿਆਸ ਵਿੱਚ ਦਿੱਤੇ ਗਏ ਹਨ, ਤੇ ਉਸ ਤੋਂ ਇਲਾਵਾ ਜੇ ਕੋਈ ਪ੍ਰਸ਼ਨ ਹੋਰ ਜ਼ਰੂਰਤ ਹੈ ਤਾਂ ਉਹ ਵੀ ਮੈਂ ਨਾਲ ਵਿੱਚ ਕੀਤਾ ਹੈ। ਪਹਿਲਾ ਪ੍ਰਸ਼ਨ ਹੈ, ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ? ਜਾਂ ਲੇਖਕ ਨੂੰ ਕਿਉਂ ਮਹਿਸੂਸ ਹੁੰਦਾ ਹੈ ਕਿ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੈ? ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਸਾਹਮਣੇ ਚਿੱਟੀ ਕੁਲਫੀ ਘੁੰਮਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ, ਪਰ ਪੈਸੇ ਦੀ ਤੰਗੀ ਕਰਕੇ ਉਸਨੂੰ ਆਪਣਾ ਮਨ ਮਾਰਨਾ ਪਿਆ। ਇਸ ਕਰਕੇ ਉਸਨੂੰ ਮਹਿਸੂਸ ਹੁੰਦਾ ਹੈ ਕਿ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੈ। ਅਗਲਾ ਪ੍ਰਸ਼ਨ, ਤੁਸੀਂ ਤੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਖੰਘ। ਕਾਕੇ ਦੇ ਇੰਨੇ ਸ਼ਬਦਾਂ ਤੋਂ ਕੀ ਭਾਵ ਹੈ? ਇਹ ਸ਼ਬਦ ਕਾਕੇ ਦੀ ਮੁਰਮੁਰਾ ਖਾਣ ਦੀ ਅਟੁੱਟ ਇੱਛਾ ਨੂੰ ਪ੍ਰਗਟਾਉਂਦੇ ਹਨ। ਕਾਕਾ ਜਦੋਂ ਮੁਰਮੁਰੇ ਲਈ ਲੇਖਕ ਤੋਂ 1 ਟਕਾ ਮੰਗਦਾ ਹੈ ਤਾਂ ਪੈਸੇ ਨਾ ਹੋਣ ਕਰਕੇ ਲੇਖਕ ਉਸ ਨੂੰ ਬਹਾਨਾ ਲਾਉਂਦਾ ਹੈ ਕਿ ਮੁਰਮੁਰਾ ਖਾਣ ਨਾਲ ਖੰਘ ਲੱਗ ਜਾਂਦੀ ਹੈ। ਉਸ ਦੇ ਜਵਾਬ ਵਿੱਚ ਕਾਕਾ ਇਹ ਸ਼ਬਦ ਕਹਿੰਦਾ ਹੈ। ਅਗਲਾ ਪ੍ਰਸ਼ਨ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ? ਲੇਖਕ ਨੂੰ ਬਚਪਨ ਵਿੱਚ ਧੇਲਾ ਖਰਚਣ ਨੂੰ ਮਿਲਦਾ ਸੀ, ਜਿਸ ਨਾਲ ਬਹੁਤ ਜ਼ਿਆਦਾ ਛੋਲੇ ਆਉਂਦੇ ਸਨ। ਓਨੇ ਛੋਲੇ ਹੁਣ ਆਨੇ ਦੇ ਵੀ ਨਹੀਂ ਆਉਂਦੇ। ਉਸ ਦੀ ਤਨਖਾਹ ਆਪਣੇ ਪਿਤਾ ਤੋਂ ਬਹੁਤ ਘੱਟ ਹੈ, ਜਦੋਂ ਕਿ ਉਹ ਆਪਣੇ ਪਿਤਾ ਤੋਂ ਕਿਤੇ ਜ਼ਿਆਦਾ ਪੜ੍ਹਿਆ ਹੋਇਆ ਹੈ। ਇਸ ਤੋਂ ਸਾਨੂੰ ਆਰਥਿਕ ਅਸਮਾਨਤਾ ਦਾ ਪਤਾ ਲੱਗਦਾ ਹੈ। ਤਾਂ ਬੇਟਾ ਪਹਿਲਾਂ ਧੇਲੇ ਆਨੇ ਇਹਨਾਂ ਦੀ ਵੀ ਕਾਫੀ ਵੈਲਿਊ ਹੁੰਦੀ ਸੀ, ਇਹਨਾਂ ਨਾਲ ਬਹੁਤ ਸਮਾਨ ਆ ਜਾਂਦਾ ਸੀ। ਹੁਣ ਤਾਂ ਇਹ ਖਤਮ ਹੀ ਹੋ ਗਏ ਹਨ ਅਤੇ ਰੁਪਇਆ ਹੀ ਸਭ ਤੋਂ ਛੋਟਾ ਜਿਹੜਾ ਖਰਚਣ ਦੀ ਚੀਜ਼ ਬਣ ਗਈ ਸੀ। ਧੇਲਾ ਕਹਿੰਦੇ ਸੀ 50 ਪੈਸੇ ਨੂੰ। ਅੱਗੇ ਹੈ, ਲੇਖਕ ਆਪਣੇ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਕਿਉਂ ਨਹੀਂ ਕਰ ਰਿਹਾ ਸੀ? ਲੇਖਕ ਨੂੰ ਪਤਾ ਹੈ ਕਿ ਉਸ ਇਕੱਲੇ ਦੀ ਗੱਲ ਕਿਸੇ ਨੇ ਨਹੀਂ ਸੁਣਨੀ ਹੈ। ਅਜਿਹੀ ਮੰਗ ਕਰਕੇ ਉਸ ਦੀ ਨੌਕਰੀ ਜਾਣ ਦਾ ਵੀ ਖਤਰਾ ਹੈ। ਬੇਰੁਜ਼ਗਾਰੀ ਦਾ ਖਿਆਲ ਹੀ ਉਸ ਨੂੰ ਡਰਾ ਕੇ ਚੁੱਪ ਕਰਵਾ ਦਿੰਦਾ ਹੈ।
ਅੱਗੇ ਹੈ ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ। ਕਾਕਾ ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਹਣ ਲਈ ਉਸਨੂੰ ਧੱਕਾ ਮਾਰ ਕੇ ਡੇਗ ਦਿੰਦਾ ਹੈ। ਉਸ ਦੀ ਮਾਂ ਕਾਕੇ ਘਰ ਉਲਾਂਭਾ ਲੈ ਕੇ ਆਉਂਦੀ ਹੈ। ਇਸ ਤੇ ਕਾਕੇ ਦੀ ਮਾਂ ਗੁੱਸੇ ਨਾਲ ਉਸਨੂੰ ਚਪੇੜ ਮਾਰਨ ਉੱਠਦੀ ਹੈ, ਪਰ ਲੇਖਕ ਉਸਨੂੰ ਰੋਕ ਦਿੰਦਾ ਹੈ। ਉਹ ਖੁਸ਼ ਹੈ ਕਿ ਉਸ ਵਰਗੇ ਕਾਇਰ ਦੇ ਘਰ ਬਹਾਦਰ ਪੁੱਤ ਜੰਮਿਆ ਹੈ ਜੋ ਆਪਣਾ ਹੱਕ ਲੈਣ ਲਈ ਵਿਰੋਧ ਕਰਨਾ ਜਾਣਦਾ ਹੈ। ਇਸ ਤੋਂ ਬਾਅਦ ਹੈ ਸਾਡਾ ਆਖਰੀ ਪ੍ਰਸ਼ਨ, ਲੇਖਕ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ। ਇਹ ਕਹਾਣੀ ਆਰਥਿਕ ਅਸਮਾਨਤਾ ਭਾਵ ਅਮੀਰ ਗਰੀਬ ਵਿਚਲੇ ਫਰਕ ਦੁਆਲੇ ਘੁੰਮਦੀ ਹੈ। ਗਰੀਬ ਮਨੁੱਖ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਜੀਣ ਲਈ ਮਜਬੂਰ ਹੈ। ਵਿਰੋਧ ਦੀ ਅੱਗ ਉਸਦੇ ਅੰਦਰ ਹੀ ਬਲਦੀ ਰਹਿੰਦੀ ਹੈ। ਇਸ ਵਿਰੋਧ ਕਈ ਵਾਰ ਅਮੀਰ ਧਿਰ ਅੱਗੇ ਕ੍ਰੋਧ ਬਣ ਕੇ ਨਿਕਲਦਾ ਹੈ। ਇਸ ਲਈ ਸਮਾਜ ਵਿੱਚ ਹਰ ਮਨੁੱਖ ਕੋਲ ਘੱਟੋ ਘੱਟ ਇੰਨਾ ਹੋਣਾ ਚਾਹੀਦਾ ਹੈ ਕਿ ਉਹ ਸਧਾਰਨ ਜ਼ਿੰਦਗੀ ਜੀ ਸਕੇ ਤੇ ਆਪਣੇ ਆਪ ਨੂੰ ਦਬਾਇਆ ਗਿਆ ਮਹਿਸੂਸ ਨਾ ਕਰੇ। ਤਾਂ ਬੱਚਿਓ, ਇਹ ਹੈ ਤੁਹਾਡਾ ਪਾਠ ਕੁਲਫੀ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਵੀ ਸਮਝ ਆ ਗਈ ਹੈ ਤੇ ਤੁਸੀਂ ਇਸ ਦਾ ਅਭਿਆਸ ਵੀ ਹੱਲ ਕਰ ਲਵੋਗੇ ਤੇ ਪੇਪਰ ਵਿੱਚ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ। ਉਦੋਂ ਤੱਕ YouTube ਚੈਨਲ ਪੰਜਾਬੀ ਸਕੂਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਡੇ ਲਈ ਅਗਲਾ ਕਿਹੜਾ ਪਾਠ ਲੈ ਕੇ ਆਈਏ। ਹੁਣ ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।